ਪੰਜਾਬੀ ਦੇ ਸਿਲੇਬਸ ਵਿੱਚ ਆਪਾਂ ਸਭ ਤੋਂ ਪਹਿਲਾਂ ਸਟਾਰਟ ਕਰਦੇ ਹਾਂ ਨਾਂਵ ਅਤੇ ਪੜ੍ਹਨਾਂਵ, ਜੋ ਬਹੁਤ ਹੀ ਸਿੰਪਲ ਹੈ। ਠੀਕ ਹੈ, ਉਸ ਤੋਂ ਆਪਾਂ ਸਟਾਰਟ ਕਰਦੇ ਹਾਂ। ਇਸ ਤਰ੍ਹਾਂ ਹੌਲੀ ਹੌਲੀ ਸਟੈਪ ਬਾਏ ਸਟੈਪ ਆਪਾਂ ਸਾਰੇ ਟੌਪਿਕ ਪੰਜਾਬੀ ਦੇ ਜੋ ਵੀ ਕਵਰ ਕਰ ਲਾਂਗੇ। ਠੀਕ ਹੈ, ਸਭ ਤੋਂ ਪਹਿਲਾਂ ਆਪਣੇ ਕੋਲ ਆਉਂਦਾ ਹੈ ਇਸ ਦੇ ਵਿੱਚ ਨਾਂਵ ਦੀ ਪਰਿਭਾਸ਼ਾ ਅਤੇ ਕਿਸਮਾਂ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਨਾਂਵ ਕੀ ਹੈ ਅਤੇ ਨਾਂਵ ਕਿੰਨੀ ਤਰ੍ਹਾਂ ਦਾ ਹੁੰਦਾ ਹੈ। ਇਸ ਤਰ੍ਹਾਂ ਦੇ ਕੁਐਸਚਨ ਵੀ ਐਗਜ਼ਾਮ ਵਿੱਚ ਪੁੱਛੇ ਜਾ ਚੁੱਕੇ ਹਨ। ਠੀਕ ਹੈ, ਸਭ ਤੋਂ ਪਹਿਲਾਂ ਆਪਣੇ ਕੋਲ ਆਉਂਦਾ ਹੈ ਕਿ ਨਾਂਵ ਕੀ ਹੈ। ਜਿਹੜਾ ਸ਼ਬਦ ਕਿਸੇ ਮਨੁੱਖ, ਜੀਵ, ਥਾਂ, ਹਾਲਤ, ਗੁਣ, ਭਾਵ, ਕੰਮ ਜਾਂ ਕਿਸੇ ਵਸਤੂ ਆਦਿ ਨੂੰ ਪ੍ਰਗਟਾਉਣ ਲਈ ਵਰਤਿਆ ਜਾਵੇ। ਕਹਿੰਦੇ ਆ ਕਿ ਕੋਈ ਵੀ ਸ਼ਬਦ ਜਿਹੜਾ ਆਪਾਂ ਕਿਸੇ ਵੀ ਜੀਵ ਲਈ ਵਰਤਦੇ ਹਾਂ, ਕਿਸੇ ਥਾਂ ਲਈ ਵਰਤਦੇ ਹਾਂ, ਕਿਸੇ ਦੀ ਸਿਚੁਏਸ਼ਨ, ਕਿਸੇ ਹਾਲਤ ਨੂੰ, ਕਿਸੇ ਦੇ ਕੋਈ ਗੁਣ ਨੂੰ ਪ੍ਰਗਟਾਉਣ ਲਈ ਵਰਤਦੇ ਹਾਂ ਨਾ, ਕਿਸੇ ਦੀ ਫੀਲਿੰਗ ਨੂੰ ਦੱਸਣ ਲਈ ਵਰਤਦੇ, ਉਹਨੂੰ ਆਪਾਂ ਨਾਂਵ ਕਹਿ ਦਿੰਦੇ ਹਾਂ। ਠੀਕ ਹੈ, ਉਸਨੂੰ ਆਪਾਂ ਨਾਂਵ ਕਹਿ ਦਿੰਦੇ ਹਾਂ। ਜਿਵੇਂ ਐਗਜ਼ਾਮਪਲ ਇੱਥੇ ਬਹੁਤ ਸਾਰੀਆਂ ਆਪਣੇ ਕੋਲ ਲਿਖੀਆਂ ਗਈਆਂ ਹੈ, ਜਿਵੇਂ ਮਾਤਾ ਕੀਵੀ, ਗੁਰੂ ਨਾਨਕ ਦੇਵ ਜੀ, ਕੋਈ ਸਰੋਵਰ ਹੋ ਗਿਆ, ਪਾਣੀ, ਦਰਿਆ, ਬਹੁਤ ਸਾਰਾ ਕੋਈ ਵੀ ਨਾਮ, ਚਾਹੇ ਕਿਸੇ ਜਗ੍ਹਾ ਦਾ ਨਾਮ ਹੋਵੇ, ਚਾਹੇ ਕਿਸੇ ਪਰਸਨ ਦਾ, ਚਾਹੇ ਕਿਸੇ ਦੀ ਕੋਈ ਸਿਚੁਏਸ਼ਨ ਹੋਵੇ, ਚਾਹੇ ਕਿਸੇ 'ਚ ਕੋਈ ਗੁਣ ਹੋਵੇ, ਕੋਈ ਫੀਲਿੰਗ ਹੋਵੇ, ਉਸ ਸਭ ਨੂੰ ਆਪਾਂ ਕੀ ਕਹਿ ਦਿੰਦੇ ਹਾਂ, ਨਾਂਵ ਦਾ ਨਾਮ ਦੇ ਦਿੰਦੇ ਹਾਂ। ਠੀਕ ਹੈ, ਉਸ ਤੋਂ ਬਾਅਦ ਆਪਣੇ ਕੋਲ ਆਉਂਦਾ ਹੈਗਾ ਆ ਕਿ ਨਾਂਵ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ। ਨਾਂਵ ਜਿਹੜਾ ਹੈਗਾ ਆ 5 ਪ੍ਰਕਾਰ ਦੇ ਹੁੰਦੇ ਹਨ। ਪਹਿਲਾਂ ਆਪਣੇ ਕੋਲ ਆਉਂਦਾ ਹੈ ਖਾਸ ਨਾਮ। ਉਸ ਤੋਂ ਬਾਅਦ ਆਪਣੇ ਕੋਲ ਆਉਂਦਾ ਹੈ ਆਮ ਨਾਮ, ਜਿਸ ਨੂੰ ਆਪਾਂ ਜਾਤੀ ਨਾਮ ਵੀ ਕਹਿੰਦੇ ਹਾਂ। ਤੀਜੇ ਨੰਬਰ 'ਤੇ ਆਪਣੇ ਕੋਲ ਆਉਂਦਾ ਹੈਗਾ ਆ ਇਕੱਠਵਾਚਕ ਨਾਮ। ਚੌਥੇ ਨੰਬਰ 'ਤੇ ਆਉਂਦਾ ਹੈ ਵਸਤੂਵਾਚਕ ਨਾਮ ਐਂਡ ਪੰਜਵੇਂ ਨੰਬਰ 'ਤੇ ਆਉਂਦਾ ਹੈਗਾ ਆ ਭਾਵਵਾਚਕ ਨਾਮ। ਤੋ 1 by 1 ਵੀ ਵਿਲ ਡਿਸਕਸ। ਫਸਟ ਆਪਣੇ ਕੋਲ ਹੈਗਾ ਆ ਖਾਸ ਨਾਮ ਹੈਗਾ ਆ। ਖਾਸ ਨਾਮ ਨੂੰ ਆਪਾਂ ਪ੍ਰੋਪਰ ਨਾਉਨ ਵੀ ਕਹਿੰਦੇ ਹਾਂ। ਕਿਸੇ ਖਾਸ ਮਨੁੱਖ, ਵਸਤੂ ਜਾਂ ਥਾਂ ਨੂੰ ਦਰਸਾਉਣ ਵਾਲੇ ਨਾਮ ਨੂੰ ਖਾਸ ਨਾਮ ਕਿਹਾ ਜਾਂਦਾ ਹੈ। ਆਪਾਂ ਨੂੰ ਨਾਮ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਜਿਹੜਾ ਕਿਸੇ ਖਾਸ ਚੀਜ਼ ਨੂੰ ਦਰਸਾਵੇ, ਕਿਸੇ ਖਾਸ ਚੀਜ਼ ਬਾਰੇ ਡਿਫਾਈਨ ਕਰੇ, ਉਸਨੂੰ ਆਪਾਂ ਕੀ ਕਹਿੰਦੇ ਹਾਂ, ਖਾਸ ਨਾਮ। ਠੀਕ ਹੈ, ਜਿਵੇਂ ਕੋਈ ਖਾਸ ਨਾਮ ਹੋਵੇ ਆਪਣੇ ਕੋਲ ਬਾਬਾ ਬੁੱਢਾ ਜੀ, ਬਹੁਤ ਫੇਮਸ ਹੈ, ਖਾਸ ਨਾਮ ਹੈ। ਠੀਕ ਹੈ, ਬਾਬਾ ਬੰਦਾ ਬਹਾਦਰ ਸਿੰਘ ਜੀ, ਅੰਮ੍ਰਿਤਸਰ, ਪੰਜਾਬ, ਇਹ ਸਾਰੇ ਆਪਣੇ ਕੋਲ ਖਾਸ ਨਾਮ ਹੈ। ਕੋਈ ਵੀ ਖਾਸ ਨਾਮ ਆਪਾਂ ਇੱਥੇ ਲਿਖ ਸਕਦੇ ਹਾਂ। ਠੀਕ ਹੈ, ਖਾਸ ਨਾਮ ਮੀਨਸ ਜਿਹੜਾ ਕਿਸੇ ਖਾਸ ਚੀਜ਼ ਬਾਰੇ ਦੱਸੇ, ਖਾਸ ਜਗ੍ਹਾ ਬਾਰੇ, ਖਾਸ ਮਨੁੱਖ ਬਾਰੇ, ਖਾਸ ਵਸਤੂ ਬਾਰੇ ਦੱਸੇ, ਉਸਨੂੰ ਆਪਾਂ ਖਾਸ ਨਾਮ ਕਹਿ ਦਿੰਦੇ ਹਾਂ। ਉਸ ਤੋਂ ਬਾਅਦ ਦੂਜੇ ਨੰਬਰ 'ਤੇ ਆਪਣੇ ਕੋਲ ਆਉਂਦਾ ਆ ਆਮ ਨਾਮ ਜਾਂ ਜਾਤੀ ਨਾਮ। ਆਮ ਨਾਮ ਨੂੰ ਆਪਾਂ ਕਾਮਨ ਨਾਮ ਵੀ ਕਹਿੰਦੇ ਹਾਂ, ਕਾਮਨ ਨਾਊਨ, ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਇੱਕ ਕਿਸਮ ਦੀਆਂ ਗਿਣਨਯੋਗ ਚੀਜ਼ਾਂ ਦੇ ਸਾਂਝੇ ਨਾਮ ਨੂੰ ਆਮ ਜਾਂ ਜਾਤੀਵਾਚਕ ਆਖਿਆ ਜਾਂਦਾ ਹੈ, ਜਾਤੀਵਾਚਕ ਨਾਮ ਆਖਿਆ ਜਾਂਦਾ ਹੈ। ਜਿਵੇਂ ਕੋਈ ਵੀ ਆਮ ਨਾਮ ਆਪਾਂ ਲੈ ਲੈਂਦੇ ਹਾਂ, ਕੋਈ ਖਾਸ ਨਹੀਂ, ਕੋਈ ਵੀ ਆਮ ਨਾਮ, ਜਿਵੇਂ ਕੋਈ ਘੋੜਾ ਹੋ ਗਿਆ, ਕੋਈ ਬਾਜ, ਮੇਜ਼, ਕੁਰਸੀ, ਕੁਛ ਵੀ ਆਮ ਜਿਹੜਾ ਨਾਮ ਆਪਾਂ ਲੈ ਲੈਂਦੇ ਹਾਂ ਕਿਸੇ ਜਗ੍ਹਾ ਦਾ, ਕਿਸੇ ਵਸਤੂ ਦਾ, ਕਿਸੇ ਮਨੁੱਖ ਦਾ, ਉਸਨੂੰ ਆਪਾਂ ਕੀ ਕਹਿ ਦਿੰਦੇ ਹਾਂ, ਆਮ ਨਾਮ। ਤੀਜੇ ਨੰਬਰ 'ਤੇ ਆਪਣੇ ਕੋਲ ਆਉਂਦਾ ਹੈਗਾ ਆ ਇਕੱਠਵਾਚਕ ਨਾਮ। ਇਕੱਠਵਾਚਕ ਮੀਨਸ ਕੋਲੈਕਟਿਵ ਨਾਊਨ। ਇਕੱਠ ਦੇ ਨਾਮ ਤੋਂ ਹੀ ਆਪਾਂ ਨੂੰ ਪਤਾ ਲੱਗਦਾ ਪਿਆ ਆ ਕਿ ਕਿਸੇ ਇਕੱਠ ਚੀਜ਼ ਦਾ ਮੀਨਸ ਕੋਲੈਕਟਿਵ, ਕਿਸੇ ਗਰੁੱਪ ਦਾ ਨਾਮ ਲਿੱਤਾ ਗਿਆ ਇਹਦੇ ਵਿੱਚ। ਕਿਸੇ ਇਕੱਠ ਲਈ ਵਰਤੇ ਨਾਮ ਨੂੰ ਇਕੱਠਵਾਚਕ ਨਾਮ ਆਖਿਆ ਜਾਂਦਾ ਹੈ। ਇਹਦੇ ਵਿੱਚ ਜਦੋਂ ਆਪਣੇ ਕੋਲ ਕਿਸੇ ਚੀਜ਼ ਦਾ ਇਕੱਠ ਹੋਵੇ, ਜਿਵੇਂ ਫੌਜ ਹੈ ਲਿਖਿਆ ਹੋਇਆ, ਫੌਜ ਵਿੱਚ ਇੱਕ ਪਰਸਨ ਤਾਂ ਨਹੀਂ ਹੁੰਦਾ, ਫੌਜ ਵਿੱਚ ਬਹੁਤ ਪਰਸਨ ਆ ਜਾਂਦੇ ਆ, ਉਹਦੇ ਇਕੱਠ ਨੂੰ ਆਪਾਂ ਕੀ ਕਹਿੰਦੇ ਹਾਂ, ਇਕੱਠਵਾਚਕ ਨਾਮ। ਸੰਗਤ ਹੈ, ਸੰਗਤ ਵਿੱਚ ਵੀ ਬਹੁਤ ਸਾਰੇ ਪਰਸਨ ਆ ਰਹੇ। ਜਮਾਤ, ਕਲਾਸ ਹੈ ਕੋਈ, ਉਹਦੇ ਵਿੱਚ ਇੱਕ ਬੱਚੇ ਦੀ ਕਲਾਸ ਨਹੀਂ ਹੁੰਦੀ, ਓਬੀਅਸਲੀ ਜ਼ਿਆਦਾ ਜਾਣੇ ਹੁੰਦੇ ਆ, ਜ਼ਿਆਦਾ ਬੱਚੇ ਹੁੰਦੇ, ਵਿਦਿਆਰਥੀ ਹੁੰਦੇ। ਤੋ ਇਕੱਠ ਇਟ ਮੀਨਸ ਕਿ ਇੱਕ ਤੋਂ ਜ਼ਿਆਦਾ, ਉਸਨੂੰ ਆਪਾਂ ਇਕੱਠਵਾਚਕ ਨਾਮ ਕਹਿੰਦੇ ਹਾਂ। ਉਸ ਤੋਂ ਬਾਅਦ ਆਪਣੇ ਕੋਲ ਆਉਂਦਾ ਹੈਗਾ ਆ ਵਸਤੂਵਾਚਕ ਨਾਮ। ਵਸਤੂਵਾਚਕ ਨਾਮ ਉਹ ਨਾਮ ਹੁੰਦਾ ਆ ਜਿਹਨੂੰ ਮਿਣਿਆ ਜਾਂ ਤੋਲਿਆ ਜਾ ਸਕੇ। ਮਿਣੀਆਂ ਜਾਂ ਤੋਲੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਆਪਾਂ ਕੀ ਕਹਿ ਦਿੰਦੇ ਹਾਂ, ਵਸਤੂਵਾਚਕ ਨਾਮ। ਜਿਵੇਂ ਕੋਈ ਆਪਣੇ ਕੋਲ ਦੁੱਧ ਹੈ, ਉਹਨੂੰ ਆਪਾਂ ਮਿਣ ਸਕਦੇ ਹਾਂ ਕਿ 1 ਕਿਲੋ ਹੈ, 2 ਕਿਲੋ ਹੈ। ਠੀਕ ਹੈ, ਜਿਵੇਂ ਘਿਓ ਹੈ, ਮੱਖਣ ਹੈ, ਇਹ ਜਿਹੜੀਆਂ ਚੀਜ਼ਾਂ ਨੂੰ ਆਪਾਂ ਮਿਣ ਸਕਦੇ ਹਾਂ, ਤੋਲ ਸਕਦੇ ਹਾਂ, ਉਹ ਚੀਜ਼ਾਂ ਨੂੰ ਆਪਾਂ ਕੀ ਕਹਿ ਦਿੰਦੇ ਹਾਂ, ਵਸਤੂਵਾਚਕ ਨਾਮ, ਮਟੀਰੀਅਲ ਨਾਊਨ। ਕਲੀਅਰ। ਅਤੇ ਲਾਸਟ 'ਤੇ ਆਪਣੇ ਕੋਲ 5ਵੇਂ ਨੰਬਰ 'ਤੇ ਆਉਂਦਾ ਹੈਗਾ ਆ ਭਾਵਵਾਚਕ ਨਾਮ। ਭਾਵਵਾਚਕ ਨਾਮ ਜਿਹੜਾ ਆ, ਜਿਹੜੀਆਂ ਚੀਜ਼ਾਂ ਵੇਖੀਆਂ ਜਾਂ ਛੂਹੀਆਂ ਨਾ ਜਾ ਸਕਣ ਪਰ ਮਹਿਸੂਸ ਕੀਤੀਆਂ ਜਾ ਸਕਣ। ਜਿਵੇਂ ਆਪਣੀਆਂ ਫੀਲਿੰਗਸ ਹੈ। ਠੀਕ ਹੈ, ਕੋਈ ਸਰਵਿਸਿਜ਼ ਹੈ ਆਪਣੀਆਂ ਜਿਹਨੂੰ ਆਪਾਂ ਫੀਲ ਹੀ ਕਰ ਸਕਦੇ ਹਾਂ, ਸਿਰਫ ਮਹਿਸੂਸ ਕਰ ਸਕਦੇ ਹਾਂ, ਆਪਾਂ ਛੂਹ ਨਹੀਂ ਸਕਦੇ, ਜਿਹਨੂੰ ਟੱਚ ਨਹੀਂ ਕਰ ਸਕਦੇ, ਹੱਥ ਲਾ ਕੇ ਦੇਖ ਨਹੀਂ ਸਕਦੇ।
ਠੀਕ ਹੈ, ਉਸਨੂੰ ਆਪਾਂ ਕੀ ਕਹਿ ਦਿੰਦੇ ਹਾਂ, ਉਸਨੂੰ ਭਾਵਵਾਚਕ ਨਾਂਵ ਕਿਹਾ ਜਾਂਦਾ ਹੈ। ਜਿਵੇਂ ਕੋਈ ਝੂਠ ਹੈ, ਕੋਈ ਸੱਚ ਹੈ, ਹਵਾ ਚੱਲ ਰਹੀ ਹੈ, ਹਵਾ ਨੂੰ ਤੁਸੀਂ ਟੱਚ ਨਹੀਂ ਕਰ ਸਕਦੇ, ਸਿਰਫ ਮਹਿਸੂਸ ਕਰ ਸਕਦੇ ਹਾਂ। ਠੀਕ ਹੈ, ਉਸਨੂੰ ਆਪਾਂ ਕੀ ਕਹਿ ਦਿੰਦੇ ਹਾਂ, ਭਾਵਵਾਚਕ ਨਾਂਵ। ਠੀਕ ਹੈ, ਅਤੇ ਇਹਦੇ ਵਿੱਚ ਆਪਾਂ ਕੀ ਕੀਤਾ ਹੈਗਾ ਆ, ਨਾਂਵ ਦਾ ਮੀਨਿੰਗ ਕਲੀਅਰ ਕੀਤਾ ਕਿ ਨਾਂਵ ਕੀ ਹੁੰਦਾ ਹੈਗਾ ਹੈ। ਕੋਈ ਵੀ ਚੀਜ਼, ਕੋਈ ਵਸਤੂ, ਕੋਈ ਵੀ ਹਾਲਤ, ਗੁਣ, ਭਾਵ, ਸਿਚੁਏਸ਼ਨ, ਕੁਛ ਵੀ ਜੋ ਪ੍ਰਗਟਾਵੇ ਉਸਨੂੰ ਨਾਂਵ ਕਿਹਾ ਜਾਂਦਾ ਹੈਗਾ ਆ। ਉਸ ਤੋਂ ਬਾਅਦ ਆਪਾਂ ਇਹਦੀਆਂ 5 ਪ੍ਰਕਾਰ ਦੀਆਂ ਕਿਸਮਾਂ ਕੀਤੀਆਂ। ਆ ਰਿਹਾ ਪੜਨਾਵ। ਪੜਨਾਵ ਕੀ ਹੈ ਅਤੇ ਉਸਦੀ ਪਰਿਭਾਸ਼ਾ। ਪੜਨਾਵ ਜੋ ਹੈ ਉਹ ਸ਼ਬਦ ਹੈ ਜੋ ਨਾਂਵ ਦੀ ਥਾਂ 'ਤੇ ਵਰਤਿਆ ਜਾਵੇ। ਨਾਮ ਦੀ ਆਪਾਂ ਹੁਣੇ ਗੱਲ ਕੀਤੀ ਕਿ ਕੋਈ ਵੀ ਕਿਸੇ ਮਨੁੱਖ ਦਾ ਨਾਮ ਹੋ ਗਿਆ, ਕਿਸੇ ਸ਼ਹਿਰ ਦਾ ਨਾਮ, ਕਿ ਕੋਈ ਸਿਚੁਏਸ਼ਨ ਹੋ ਗਈ, ਉਸ ਦੀ ਜਗ੍ਹਾ 'ਤੇ ਜਿਹੜਾ ਸ਼ਬਦ ਵਰਤਿਆ ਜਾਂਦਾ ਹੈ ਨਾ, ਜਿਹੜਾ ਨਾਂਵ ਦੀ ਜਗ੍ਹਾ 'ਤੇ ਸ਼ਬਦ ਵਰਤਿਆ ਜਾਵੇ ਉਸਨੂੰ ਆਪਾਂ ਪੜਨਾਵ ਕਹਿ ਦਿੰਦੇ ਹਾਂ। ਜਿਵੇਂ ਆਪਣੇ ਕੋਲ ਇੱਥੇ ਲਿਖਿਆ ਹੋਇਆ ਹੈ, ਉਹ, ਮੈਂ, ਤੂੰ, ਮੇਰੇ ਆਦਿ। ਠੀਕ ਹੈ, ਇਹ ਸ਼ਬਦ ਹੈ ਜਿਹੜੇ ਪੜਨਾਵ ਨੂੰ ਡਿਫਾਈਨ ਕਰਦੇ ਆ। ਪੜਨਾਵ ਆਪਣੇ ਕੋਲ 6 ਪ੍ਰਕਾਰ ਦੇ ਹੁੰਦੇ ਹਨ। ਸਭ ਤੋਂ ਪਹਿਲਾਂ ਆਪਣੇ ਕੋਲ ਆਉਂਦਾ ਹੈਗਾ ਆ ਪੁਰਖਵਾਚਕ ਪੜਨਾਵ। ਪੁਰਖਵਾਚਕ ਪੜਨਾਵ ਕਿਹੜਾ ਆ? ਜਿਹੜੇ ਪੜਨਾਵ ਕੇਵਲ ਪੁਰਖਾਂ ਦੇ ਨਾਮ ਦੀ ਥਾਂ ਵਰਤੇ ਜਾਂਦੇ ਹਨ ਉਸ ਨੂੰ ਪੁਰਖਵਾਚਕ ਪੜਨਾਵ ਆਖਦੇ ਹਨ। ਉਹ ਪੜਨਾਵ ਜਿਹੜਾ ਸਿਰਫ ਪੁਰਖਾਂ ਲਈ ਹੀ ਵਰਤਿਆ ਜਾਵੇ ਉਸਨੂੰ ਪੁਰਖਵਾਚਕ ਪੜਨਾਮ ਕਹਿੰਦੇ। ਨਾਮ ਤੋਂ ਹੀ ਆਪਾਂ ਨੂੰ ਪਤਾ ਚੱਲ ਰਿਹਾ ਹੈ। ਜਿਵੇਂ ਆਪਾਂ ਕਹਿ ਸਕਦੇ ਹਾਂ ਅਸੀਂ ਹੋ ਗਿਆ, ਤੁਸੀਂ, ਮੈਂ, ਉਹ। ਠੀਕ ਹੈ, ਇਹ ਸਾਰੇ ਨਾਮ ਉਹਨੂੰ ਆਪਾਂ ਪੁਰਖਵਾਚਕ ਪੜਨਾਵ ਕਹਿ ਦਿੰਦੇ ਹਾਂ। ਇਹਦੇ ਵਿੱਚ ਆਪਣੇ ਕੋਲ ਪੁਰਖ ਦੀ ਡੈਫੀਨੇਸ਼ਨ ਦਿੱਤੀ ਹੈ ਕਿ ਪੁਰਖ ਕੀ ਹੈ। ਗੱਲਬਾਤ ਕਰਨ ਦੇ ਆਧਾਰ ਉੱਤੇ ਪੁਰਖ ਜਿਹੜਾ ਆ 3 ਪ੍ਰਕਾਰ ਦੇ ਹੁੰਦੇ ਹਨ। ਜਦੋਂ ਆਪਾਂ ਗੱਲਬਾਤ ਕਰਦੇ ਹਾਂ ਨਾ ਕਿਸੇ ਦੇ ਨਾਲ, ਤਾਂ ਉਸ ਆਧਾਰ ਦੇ ਉੱਤੇ 3 ਪ੍ਰਕਾਰ ਦੇ ਪੁਰਖ ਆਪਣੇ ਕੋਲ ਹੁੰਦੇ ਹਨ। ਪਹਿਲਾ ਹੈ ਉੱਤਮ ਪੁਰਖ, ਦੂਸਰਾ ਹੈ ਮੱਧਮ ਪੁਰਖ ਐਂਡ ਤੀਜਾ ਹੈ ਅਨ ਪੁਰਖ। ਪਹਿਲੇ ਦੀ ਗੱਲ ਕਰਨ ਜਾ ਰਹੇ ਹਾਂ। ਉੱਤਮ ਪੁਰਖ ਕੀ ਹੁੰਦਾ ਹੈਗਾ ਆ? ਗੱਲ ਕਰਨ ਵਾਲੇ ਨੂੰ ਉੱਤਮ ਪੁਰਖ ਆਖਿਆ ਜਾਂਦਾ ਹੈ। ਜਦੋਂ ਆਪਾਂ ਕਿਸੇ ਨਾਲ ਗੱਲ ਕਰ ਰਹੇ ਹੁੰਦੇ ਹਾਂ, ਜਿਹੜਾ ਪਰਸਨ ਗੱਲ ਕਰ ਰਿਹਾ ਹੈ, ਜਿਹੜਾ ਵਿਅਕਤੀ ਗੱਲ ਕਰ ਰਿਹਾ ਹੈ, ਉਸਨੂੰ ਆਪਾਂ ਕੀ ਕਹਿ ਦਿੰਦੇ ਹਾਂ? ਉੱਤਮ ਪੁਰਖ। ਜਿਹੜਾ ਕੀ ਯੂਜ਼ ਕਰਦਾ ਹੈ? ਮੈਂ ਵਰਡ ਯੂਜ਼ ਕਰਦਾ ਆ, ਅਸੀਂ, ਸਾਨੂੰ, ਮੇਰੇ, ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ? ਉੱਤਮ ਪੁਰਖਵਾਚਕ ਪੜਨਾਵ। ਕਲੀਅਰ। ਦੂਜੇ ਨੰਬਰ 'ਤੇ ਆਪਣੇ ਕੋਲ ਆਉਂਦਾ ਹੈ ਮੱਧਮ ਪੁਰਖ। ਜਿਸ ਪੁਰਖ ਨਾਲ ਗੱਲ ਕੀਤੀ ਜਾਵੇ, ਦੋ ਪੁਰਖ ਆਪਸ ਵਿੱਚ ਗੱਲ ਕਰ ਰਹੇ ਹਨ। ਜਿਹੜਾ ਪਰਸਨ ਗੱਲ ਕਰ ਰਿਹਾ ਹੈ ਉਸ ਦੀ ਆਪਾਂ ਪਹਿਲਾਂ ਹੀ ਗੱਲ ਕੀਤੀ, ਉਹਨੂੰ ਉੱਤਮ ਪੁਰਖ ਕਿਹਾ ਜਾਂਦਾ ਹੈ। ਜਿਸ ਨਾਲ ਗੱਲ ਹੋ ਰਹੀ ਹੈ ਉਸਨੂੰ ਆਪਾਂ ਮੱਧਮ ਪੁਰਖ ਕਹਾਂਗੇ। ਜਿਵੇਂ ਤੂੰ, ਤੁਸੀਂ। ਠੀਕ ਹੈ। ਉਸ ਤੋਂ ਬਾਅਦ ਆਪਣੇ ਕੋਲ ਤੀਜਾ ਪਰਸਨ ਜਿਹੜਾ ਆਉਂਦਾ ਹੈ ਉਹ ਹੈ ਅਨ ਪੁਰਖ। 2 ਪਰਸਨ ਆਪਸ ਵਿੱਚ ਗੱਲ ਕਰ ਰਹੇ ਨੇ। ਪਹਿਲਾ ਜਿਹੜਾ ਕਰ ਰਿਹਾ ਹੈ ਗੱਲ ਉਹਨੂੰ ਉੱਤਮ, ਜਿਹੜਾ ਸੁਣ ਰਿਹਾ ਹੈ ਮੀਨਸ ਜਿਸ ਦੇ ਨਾਲ ਕਰ ਰਹੇ ਹਾਂ ਉਹਨੂੰ ਮੱਧਮ ਪੁਰਖ, ਐਂਡ ਜਿਸ ਬਾਰੇ ਗੱਲ ਕੀਤੀ ਜਾ ਰਹੀ ਹੈ, ਜਿਸ ਪੁਰਖ ਬਾਰੇ ਉਹ ਗੱਲ ਆਪਸ ਵਿੱਚ ਕਰ ਰਹੇ ਹਨ ਦੋਨੋਂ, ਉਹਨੂੰ ਆਪਾਂ ਕੀ ਕਹਾਂਗੇ? ਅਨ ਪੁਰਖ ਜਾਂ ਤੀਜਾ ਪੁਰਖ ਕਿਹਾ ਜਾਂਦਾ ਹੈ। ਠੀਕ ਹੈ। ਜਿਵੇਂ ਆਪਾਂ ਕਿਸੇ ਬਾਰੇ ਗੱਲ ਕਰ ਰਹੇ ਹਾਂ ਕਿ ਉਹ, ਉਹਨਾਂ, ਇਹ ਸ਼ਬਦ ਜਿਹੜੇ ਯੂਜ਼ ਕਰਦੇ ਹਨ ਆਪਾਂ ਕੀ ਕਹਿੰਦੇ? ਅਨ ਪੁਰਖ। ਕਲੀਅਰ। ਓਕੇ। ਉਸ ਤੋਂ ਬਾਅਦ ਆਪਣੇ ਕੋਲ ਆਉਂਦਾ ਹੈਗਾ ਦੂਜੇ ਨੰਬਰ 'ਤੇ ਨਿਜਵਾਚਕ ਪੜਨਾਵ। ਨਿਜਵਾਚਕ ਪੜਨਾਵ ਕਿਹੜਾ ਹੈਗਾ ਆ? ਗੱਲਬਾਤ ਵਿੱਚ ਗੱਲ ਕਰਨ ਵਾਲੇ ਦੀ ਥਾਂ ਵਰਤਿਆ ਜਾਣ ਵਾਲਾ ਪੜਨਾਵ ਜਿਹੜਾ ਗੱਲ ਕਰਨ ਵਾਲੇ ਨੂੰ ਵਿਸ਼ੇਸ਼ਤਾ ਪ੍ਰਦਾਨ ਕਰੇ ਉਸ ਨੂੰ ਨਿਜਵਾਚਕ ਪੜਨਾਵ ਕਹਿੰਦੇ ਹਨ। ਜਦੋਂ ਗੱਲਬਾਤ ਹੁੰਦੀ ਹੈਗੀ ਆ ਤਾਂ ਜਿਹੜਾ ਪਰਸਨ ਗੱਲ ਕਰ ਰਿਹਾ ਆ ਉਸ ਦੀ ਵਿਸ਼ੇਸ਼ਤਾ ਬਾਰੇ ਜਿਹੜਾ ਸ਼ਬਦ ਆਪਾਂ ਨੂੰ ਦੱਸੇ ਉਸ ਨੂੰ ਆਪਾਂ ਕੀ ਕਹਿ ਦਿੰਦੇ ਹਾਂ? ਨਿਜਵਾਚਕ ਪੜਨਾਵ। ਜਿਵੇਂ ਇੱਥੇ ਐਗਜ਼ਾਮਪਲ ਲਿਖੀ ਹੈ, ਮੈਂ ਆਪ ਉਸ ਨੂੰ ਛੱਡ ਆਵਾਂਗਾ। ਤੋ ਇਸ ਵਾਕ ਵਿੱਚ ਨਿਜਵਾਚਕ ਪੜਨਾਵ ਕੀ ਹੈਗਾ ਆ? ਆਪ। ਉਸਨੇ ਆਪਣੇ ਬਾਰੇ ਵਿਸ਼ੇਸ਼ਤਾ ਦੱਸੀ ਹੈ ਕਿ ਮੈਂ ਆਪ ਉਸ ਨੂੰ ਛੱਡ ਆਵਾਂਗਾ, ਅਤੇ ਆਪ ਸ਼ਬਦ ਜਿਹੜਾ ਹੈ ਉਹ ਇੱਕ ਨਿਜਵਾਚਕ ਪੜਨਾਵ ਹੈ। ਤੀਜੇ ਨੰਬਰ 'ਤੇ ਆਪਣੇ ਕੋਲ ਆਉਂਦਾ ਹੈ ਸੰਬੰਧਵਾਚਕ ਪੜਨਾਵ। ਤੋ ਸੰਬੰਧਵਾਚਕ ਪੜਨਾਵ ਕੀ ਹੈ? ਜਿਹੜੇ ਸ਼ਬਦ ਪੜਨਾਵ ਹੋਣ ਦੇ ਨਾਲ ਨਾਲ ਯੋਜਕ ਵਾਂਗ ਇੱਕ ਵਾਕ ਨੂੰ ਦੂਜੇ ਵਾਕ ਨਾਲ ਜੋੜਨ ਉਸਨੂੰ ਸੰਬੰਧਵਾਚਕ ਪੜਨਾਵ ਕਹਿੰਦੇ ਹਨ। ਜਿਵੇਂ ਐਗਜ਼ਾਮਪਲ ਤੋਂ ਤੁਹਾਨੂੰ ਕਲੀਅਰ ਹੋ ਜਾਏਗਾ, ਜਿਹੜਾ ਸਰੀਰਕ ਕੰਮ ਕਰੇਗਾ ਉਸਨੂੰ ਭੁੱਖ ਵੀ ਚੰਗੀ ਲੱਗੇਗੀ। ਤੋ ਇਸ ਸ਼ਬਦ ਵਿੱਚ ਕਹਿੰਦੇ ਜਿਹੜਾ ਸ਼ਬਦ ਹੈ ਜਿਹੜਾ ਉਹ ਕੀ ਹੈ? ਸੰਬੰਧਵਾਚਕ ਪੜਨਾਵ। ਸਿੰਪਲ ਜੀ ਗੱਲ ਹੈ ਕਿ ਜਿਹੜਾ 2 ਲਾਈਨਾਂ ਨੂੰ ਆਪਸ ਵਿੱਚ ਜੋੜੇ, 2 ਚੀਜ਼ਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰੇ ਉਸਨੂੰ ਯੋਜਕ ਕਹਿੰਦੇ ਹਨ।
ਜਿਵੇਂ ਆ ਲਾਈਨ ਦਿੱਤੀ ਗਈ ਹੈ, ਜਿਹੜਾ ਸਰੀਰਕ ਕੰਮ ਕਰੇਗਾ ਉਸਨੂੰ ਭੁੱਖ ਵੀ ਲੱਗੇਗੀ, ਚੰਗੀ ਲੱਗੇਗੀ। ਸੋਚੋ ਜੇ ਇਹਦੇ ਵਿੱਚ ਜਿਹੜਾ ਸ਼ਬਦ ਨਾ ਹੁੰਦਾ ਤਾਂ ਲਾਈਨ ਕੀ ਹੁੰਦੀ? ਸਰੀਰਕ ਕੰਮ ਕਰੇਗਾ ਉਸਨੂੰ ਭੁੱਖ ਵੀ ਚੰਗੀ ਲੱਗੇਗੀ, ਤਾਂ ਇਹ ਕੋਈ ਲਾਈਨ ਨਹੀਂ ਬਣ ਰਹੀ। ਠੀਕ ਹੈ, ਤਾਂ ਜਿਹੜਾ ਸ਼ਬਦ ਜੋੜ ਕੇ ਇੱਕ ਕੀ ਕੰਮ ਕਰ ਰਿਹਾ, ਲਾਈਨ ਨੂੰ ਪ੍ਰੋਪਰਲੀ ਦਰਸਾ ਰਿਹਾ ਹੈ, ਤਾਂ ਉਸਨੂੰ ਆਪਾਂ ਕੀ ਕਹਿ ਦਿੰਦੇ ਹਾਂ? ਸੰਬੰਧਵਾਚਕ ਪੜ੍ਹਨਾਂਵ। ਚੌਥੇ ਨੰਬਰ 'ਤੇ ਆਪਣੇ ਕੋਲ ਆਉਂਦਾ ਹੈਗਾ ਆ ਪ੍ਰਸ਼ਨਵਾਚਕ ਪੜ੍ਹਨਾਂਵ। ਪ੍ਰਸ਼ਨਵਾਚਕ ਪੜ੍ਹਨਾਂਵ ਨਾਮ ਤੋਂ ਹੀ ਪਤਾ ਚੱਲ ਰਿਹਾ ਹੈ, ਜਿਸ ਦੇ ਲਈ ਕੀ ਯੂਜ਼ ਹੋਵੇ? ਪ੍ਰਸ਼ਨ। ਜਿਹੜੇ ਸ਼ਬਦ ਪੜ੍ਹਨਾਂਵ ਹੋਣ ਦੇ ਨਾਲ ਨਾਲ ਪ੍ਰਸ਼ਨ ਲਈ ਵਰਤੇ ਜਾਣ ਉਸਨੂੰ ਪ੍ਰਸ਼ਨਵਾਚਕ ਪੜ੍ਹਨਾਂਵ ਆਖਦੇ ਹਨ। ਜਿਵੇਂ ਐਗਜ਼ਾਮਪਲ ਦਿੱਤੀ ਹੋਈ ਹੈ, ਕੌਣ ਰੌਲਾ ਪਾ ਰਿਹਾ ਹੈ। ਸੋ ਇਹਦੇ ਵਿੱਚ ਕੀ ਹੈ? ਕੌਣ ਸ਼ਬਦ ਹੈ ਜਿਹੜਾ ਉਹ ਇੱਕ ਪ੍ਰਸ਼ਨ ਲਈ ਵਰਤਿਆ ਜਾ ਰਿਹਾ ਹੈ। ਠੀਕ ਹੈ, ਉਸ ਤੋਂ ਬਾਅਦ ਆਪਣੇ ਕੋਲ ਇੱਥੇ ਲਿਖਿਆ ਹੋਣਾ ਹੈ ਸੈਕਿੰਡ ਵੀ, ਜਾਂ ਕੌਣ ਚਾਹੁੰਦਾ ਹੈ ਕਿ ਮੈਂ ਕਿਸੇ ਦੇ ਅਧੀਨ ਹੋਵਾਂ। ਇਹ ਜੁੱਤੀ ਕਿਸ ਦੀ ਹੈ? ਤੋ ਇਹ ਕੌਣ, ਕਿਸ, ਇਹ ਸਾਰੇ ਸ਼ਬਦ ਜਿਹੜੇ ਹੈ ਇੱਕ ਪ੍ਰਸ਼ਨ ਪ੍ਰਗਟ ਕਰਦੇ ਹਨ ਕਿ ਪ੍ਰਸ਼ਨ ਪੁੱਛਿਆ ਜਾ ਰਿਹਾ ਹੈ। ਠੀਕ ਹੈ, ਜੇ ਇਹ ਨਾ ਹੋਣ ਤਾਂ ਜਿਵੇਂ ਲਿਖਿਆ ਹੈਗਾ ਹੈ ਕੌਣ ਰੌਲਾ ਪਾ ਰਿਹਾ ਹੈ, ਅਗਰ ਇੱਥੇ ਕੌਣ ਨਾ ਲਿਖਿਆ ਹੋਵੇ, ਰੌਲਾ ਪਾ ਰਿਹਾ ਹੈ, ਤਾਂ ਇਹ ਕੋਈ ਪ੍ਰਸ਼ਨ ਪ੍ਰਗਟ ਨਹੀਂ ਹੋ ਰਿਹਾ। ਕੌਣ ਵਰਡ ਦੇ ਨਾਲ ਪ੍ਰਸ਼ਨ ਪ੍ਰਗਟ ਹੋ ਰਿਹਾ ਕਿ ਕੌਣ ਰੌਲਾ ਪਾ ਰਿਹਾ ਹੈ। ਸੋ ਇਹਨੂੰ ਆਪਾਂ ਕੀ ਕਹਾਂਗੇ? ਪ੍ਰਸ਼ਨਵਾਚਕ ਪੜ੍ਹਨਾਂਵ। ਉਸ ਤੋਂ ਬਾਅਦ ਆਪਣੇ ਕੋਲ ਹੈ ਪੰਜਵੇਂ ਨੰਬਰ 'ਤੇ ਨਿਸ਼ਚੇਵਾਚਕ ਪੜ੍ਹਨਾਂਵ। ਨਿਸ਼ਚੇਵਾਚਕ ਪੜ੍ਹਨਾਂਵ ਕਿਹੜੇ ਹਨ? ਜਿਹੜੇ ਪੜ੍ਹਨਾਂਵ ਦੂਰ ਜਾਂ ਨੇੜੇ ਦੀਆਂ ਚੀਜ਼ਾਂ ਵੱਲ ਸੰਕੇਤ ਕਰਨ ਅਤੇ ਉਹਨਾਂ ਚੀਜ਼ਾਂ ਦੀ ਥਾਂ ਪੜ੍ਹਨਾਂਵ ਦੇ ਰੂਪ ਵਿੱਚ ਵਰਤੇ ਜਾਣ, ਉਹਨਾਂ ਨੂੰ ਨਿਸ਼ਚੇਵਾਚਕ ਪੜ੍ਹਨਾਂਵ ਕਹਿੰਦੇ ਹਨ। ਜਿਵੇਂ ਕਹਿੰਦੇ ਹਨ ਕਿ ਜਿਹੜੇ ਦੂਰ ਦੀਆਂ ਜਾਂ ਨੇੜੇ ਦੀਆਂ ਚੀਜ਼ਾਂ ਬਾਰੇ ਦੱਸਦੇ ਹਨ, ਸਿੰਪਲੀ ਉਹਨੂੰ ਆਪਾਂ ਕੀ ਕਹਿੰਦੇ ਹਨ? ਨਿਸ਼ਚੇਵਾਚਕ ਪੜ੍ਹਨਾਂਵ ਕਹਿ ਦਿੰਦੇ ਹਾਂ। ਜਿਵੇਂ ਇੱਥੇ ਐਗਜ਼ਾਮਪਲ ਲਿਖੀ ਹੈ, ਉਹ ਡਿੱਗ ਪਿਆ। ਠੀਕ ਹੈ, ਉਹ ਡਿੱਗ ਪਿਆ, ਉਹ ਬਾਰੇ ਦੱਸ ਰਿਹਾ, ਕਿਸੇ ਬਾਰੇ ਦੱਸ ਰਿਹਾ ਹੈਗਾ ਆ, ਆਪਾਂ ਨੂੰ ਸੰਕੇਤ ਕਰ ਰਿਹਾ ਹੈਗਾ ਆ ਕਿਸੇ ਬਾਰੇ, ਤਾਂ ਉਹ ਜਿਹੜਾ ਸ਼ਬਦ ਹੈ ਉਹ ਨਿਸ਼ਚੇਵਾਚਕ ਪੜ੍ਹਨਾਂਵ ਹੈ। ਠੀਕ ਹੈ, ਜਾਂ ਇੱਥੇ ਲਿਖਿਆ ਇਹ ਸੜਕ ਬਹੁਤ ਚੰਗੀ ਹੈ, ਤੇ ਇਹ ਜਿਹੜਾ ਸ਼ਬਦ ਹੈ ਉਹ ਅਤੇ ਇਹ ਦੋਨੇ ਆਪਾਂ ਨੂੰ ਨਿਸ਼ਚੇਵਾਚਕ ਪੜ੍ਹਨਾਂਵ ਸੰਕੇਤ ਕਰ ਰਹੇ ਹਨ। ਲਾਸਟ 'ਤੇ ਆਪਣੇ ਕੋਲ ਆਉਂਦਾ ਆ ਅਨਿਸ਼ਚਿਤ ਪੜ੍ਹਨਾਂਵ। ਅਨਿਸ਼ਚਿਤ ਪੜ੍ਹਨਾਂਵ ਕੀ ਹੈ? ਉਹ ਪੜ੍ਹਨਾਂਵ ਜਿਹੜਾ ਕਿਸੇ ਵਸਤੂ ਦਾ ਅਨੁਮਾਨਤਾ ਪ੍ਰਗਟ ਕਰੇ ਪਰੰਤੂ ਉਸਦੀ ਗਿਣਤੀ ਨਾ ਦੱਸੇ। ਆਪਾਂ ਇਹ ਕਹਿ ਸਕਦੇ ਹਾਂ ਕਿ ਉਹ ਪੜ੍ਹਨਾਂਵ ਹੁੰਦਾ ਹੈਗਾ ਆ ਜਿਹੜਾ ਉਹਦੀ ਗਿਣਤੀ ਨਹੀਂ ਦੱਸਦਾ, ਬਸ ਉਸਦਾ ਇੱਕ ਐਸਟੀਮੇਸ਼ਨ, ਇੱਕ ਅਨੁਮਾਨ ਦੱਸਦਾ ਆ, ਉਸਨੂੰ ਆਪਾਂ ਅਨਿਸ਼ਚਿਤ ਪੜ੍ਹਨਾਂਵ ਕਹਿੰਦੇ ਹਾਂ। ਜਿਵੇਂ ਲਿਖਿਆ ਹੋਇਆ ਹੈ, ਕਈ ਲੋਕ ਬੈਂਕ ਵੱਲ ਜਾ ਰਹੇ ਹਨ। ਇਸ ਦੇ ਵਿੱਚ ਆਪਾਂ ਲਿਖਿਆ ਨਾ ਕਿ ਕਈ ਲੋਕ ਬੈਂਕ ਵੱਲ ਜਾ ਰਹੇ ਹਨ ਅਤੇ ਕਈ ਲੋਕ ਆ ਰਹੇ ਹਨ। ਇਹਦੇ ਵਿੱਚ ਪ੍ਰੋਪਰ ਗਿਣਤੀ ਨਹੀਂ ਦੱਸੀ ਹੋਈ ਕਿ ਕਿੰਨੇ ਲੋਕ ਜਾ ਰਹੇ ਹਨ ਅਤੇ ਕਿੰਨੇ ਆ ਰਹੇ ਹਨ, ਇੱਕ ਆਪਾਂ ਨੂੰ ਅਨੁਮਾਨ ਜਿਹਾ ਦੱਸਿਆ ਗਿਆ ਆ। ਠੀਕ ਹੈ, ਸੈਕਿੰਡ ਕੀ ਹੈ? ਸਭ ਜਾਣਦੇ ਹਨ ਕਿ ਪੜ੍ਹਨਾ ਚੰਗਾ ਕੰਮ ਹੈ। ਇਹਦੇ ਵਿੱਚ ਆਪਾਂ ਨੂੰ ਦੱਸਿਆ ਕਿ ਸਾਰੇ ਜਾਣਦੇ ਹਨ ਕਿ ਜਿਹੜਾ ਪੜ੍ਹਨਾ ਆ ਉਹ ਚੰਗਾ ਆ। ਇਹ ਨਹੀਂ ਦੱਸਿਆ ਕਿ ਪੜ੍ਹਨ ਨਾਲ ਕੀ ਹੋਏਗਾ ਜਾਂ ਪੜ੍ਹਨਾ ਕਿੰਨੇ % ਚੰਗਾ ਆ। ਠੀਕ ਹੈ, ਇਸ ਦੁਨੀਆ ਵਿੱਚ ਅਨੇਕ ਅਨਪੜ੍ਹ ਹਨ। ਤੀਜੇ ਨੰਬਰ 'ਤੇ ਆਪਾਂ ਨੂੰ ਇਹ ਐਗਜ਼ਾਮਪਲ ਲਿਖੀਏ ਕਿ ਇਹ ਦੁਨੀਆ ਵਿੱਚ ਅਨੇਕ ਅਨਪੜ੍ਹ ਹਨ। ਤੋ ਇਹਦੇ ਵਿੱਚ ਵੀ ਪ੍ਰੋਪਰ ਗਿਣਤੀ ਨਹੀਂ ਦੱਸੀ, ਵੈਸੇ ਆਪਾਂ ਨੂੰ ਦੱਸਿਆ ਹੋਇਆ ਕਿ ਅਨੇਕ ਅਨਪੜ੍ਹ ਹਨ। ਤੋ ਇਹਨਾਂ ਤਿੰਨਾਂ ਵਿੱਚ ਕਿਹੜਾ ਸ਼ਬਦ ਜਿਹੜਾ ਅਨਿਸ਼ਚਿਤ ਪੜ੍ਹਨਾਂਵ ਹੈ ਉਹ ਹੈ ਕਈ, ਸਭ ਅਤੇ ਅਨੇਕ। ਸੋ ਇਹ ਸੀ ਆਪਣਾ ਨਾਂਵ ਅਤੇ ਪੜ੍ਹਨਾਂਵ। ਬਾਕੀ ਜੋ ਟੌਪਿਕ ਹਨ ਇਸ ਪੰਜਾਬੀ ਦੇ ਸਿਲੇਬਸ ਵਿੱਚ ਉਹ ਆਪਾਂ ਆਉਣ ਵਾਲੇ ਵੀਡੀਓ ਵਿੱਚ ਕਵਰ ਕਰਾਂਗੇ। ਥੈਂਕ ਯੂ ਸੋ ਮਚ।